गुरु गुरु है बाणी, विच बाणी अमृत सारे। गुरु बाणी कह सेवक जन मानै, पर तख गुरु निस्तारे। बाणी बिरलो विचारसी, जे को गुरमुख होए। एह बाणी महापुरख की, निज घर वास होए। गौड़ी महला पंजवा। रे मन मेरे तू ताको आहे, जाकै ऊना कछहु नाहे। रे मन मेरे तू ताको आहे, जाकै ऊना कछहु नाहे। हर सा प्रीतम कर मन मीत, प्राण आधार रखो सदचीत। रहा रे मन मेरे तू ताको सेव, आदि पुरख अपरंपर देव। तिस ऊपर मन कर तू आसा, आदि जुगाद जाका परवासा। जाकी प्रीत सदा सुख होए, नानक गावै गुर मिल सोए। जाकी प्रीत सदा सुख होए, नानक गावै गुर मिल सोए। वाहिगुरु जी का खालसा, वाहिगुरु जी की फतेह। ये पावन उपदेश गौड़ी राग अंदर पंजवें पातशाह धन धन साहिब श्री गुरु अर्जन देव महाराज जी के मुखार बेंत उच्चारण किया होया। धन धन साहिब श्री गुरु ग्रंथ साहिब महाराज जी के पावन अंग 187 ते सुभाईमान है जी। तिस दी विचार आप जी नूं सरवण करा रहे हैं। अति सत्कारयोग बाबा बंता सिंह जी मुंडा पिंड वाले, तिन्हां पासों पावन शब्द की विचार सरवण करिए जी। 2 दिन का समा है साडे पास बाबा जी का। प्रबंधक सेवादारों वालों बाबा जी का बहुत बहुत धन्यवाद। जुगो जुगे अटल धन धन साहिब श्री गुरु ग्रंथ साहिब महाराज जी का पहला पावन प्रकाश गुरपुरब कल 16 तरीक नूं है, जो कि हर साल की तरह इस साल भी दिल्ली सिख गुरुद्वारा प्रबंधक कमेटी वालों आप संगतां दे सहयोग नाल गुरुद्वारा मोती बाग साहिब विखे सवेरे अमृत वेले तो रात 11 बजे तक बड़ी श्रद्धापूर्वक मनाया जा रहा है। आप संगतां प्रति बेनती है, कल 16 तरीक नूं गुरुद्वारा मोती बाग साहिब विखे हाजरियां भर के सेवा करके अपना जीवन सफला करना जी।
ਇਸ ਮਹੀਨੇ ਦੀ ਸਗਰਾਂਦ 17 ਤਰੀਕ ਨੂੰ ਹੈ। ਦਿੱਲੀ ਦੇ ਇਤਿਹਾਸਕ ਗੁਰੂ ਧਾਮਾਂ ਦੀ ਕਾਰ ਸੇਵਾ ਸਤਿਕਾਰਯੋਗ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਤਨ ਮਨ ਧਨ ਨਾਲ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਨਾ ਜੀ। ਅੰਮ੍ਰਿਤ ਸੰਚਾਰ ਹਰ ਐਤਵਾਰ ਇਸ ਪਾਵਨ ਸਥਾਨ 'ਤੇ ਹਰ ਬੁੱਧਵਾਰ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਹੁੰਦਾ ਹੈ। ਕੇਸੀ ਇਸ਼ਨਾਨ ਕਰਕੇ ਦਿਨ ਦੇ 11 ਵਜੇ ਪਹੁੰਚ ਕੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਆਸ ਹੈ ਬੇਨਤੀਆਂ ਪ੍ਰਵਾਨ ਕਰੋਗੇ। ਆਓ ਅਗਲੇ ਸਮੇਂ ਲਈ ਗੁਰੂ ਸ਼ਬਦ ਦੀ ਵਿਚਾਰਨਾ ਜੁੜਨਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਦਾਹਰਣ ਹੈ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸ ਤਾਰੇ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦਿੱਲੀ ਵਿਖੇ ਆਪ ਸਰਬੱਤ ਸੰਗਤ ਨੇ ਹਾਜ਼ਰੀਨ ਹੋ ਕਰਕੇ ਬੜੀ ਭਾਵਨਾ ਸਹਿਤ ਸਤਿਕਾਰਯੋਗ ਗੁਰੂ ਕੇ ਗ੍ਰੰਥੀ ਸਿੰਘ ਪਾਸੋਂ ਤੁਰਕੀ ਬਾਣੀ ਦਾ ਫੁਰਮਾਨ ਸਰਵਣ ਕੀਤਾ ਹੈ। ਆਓ ਇਸ ਅਗੰਮੀ ਫੁਰਮਾਨ ਦੀ ਵਿਆਖਿਆ ਦੇ ਨਾਲ ਜੁੜ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾਂ। ਰੇ ਮਨ ਮੇਰੇ ਤੂੰ ਤਾਕੋ ਆਹੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਪੰਜਵੇਂ ਸਰਗੁਣ ਸਰੂਪ ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੌੜੀ ਰਾਗ ਦੇ ਵਿੱਚ ਇਹ ਫਰਮਾਨ ਮਨੁੱਖਤਾ ਦੇ ਭਲੇ ਹਿੱਤ ਪ੍ਰਗਟ ਕਰਦੇ ਨੇ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 187 ਅੰਗ ਤੇ ਦਰਜ ਹੈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਮਨ ਨੂੰ ਸੰਬੋਧਿਤ ਹੁੰਦੇ ਨੇ। ਜਗਿਆਸੂ ਨੂੰ ਇਹ ਗੱਲ ਸਮਝਾਉਂਦੇ ਨੇ, ਐ ਮਨ ਇੱਕ ਪਰਮਾਤਮਾ ਦੀ ਆਹ ਰੱਖ। ਆਹੇ ਦਾ ਭਾਵ ਹੁੰਦਾ ਹੈ ਚਾਹ ਰੱਖਣੀ, ਇੱਛਾ ਰੱਖਣੀ। ਕਿਉਂਕਿ ਪਰਮਾਤਮਾ ਤੋਂ ਬਿਨਾ ਆਸਾ ਦੀ ਪੂਰਤੀ ਕਰਨ ਵਾਲਾ ਕੋਈ ਹੋਰ ਨਹੀਂ ਹੈ। ਬਾਣੀ ਦਾ ਫਰਮਾਨ ਹੈ, ਨਾਨਕ ਸੋ ਸੋ ਆਹੇ ਜਾ ਕੈ ਆਡਲ ਹੱਬ ਕੋ।
ਕਹਿੰਦੇ ਇੱਕ ਪਰਮਾਤਮਾ ਦੀ ਇੱਛਾ ਕਰਿਆ ਕਰ, ਕਿਉਂਕਿ ਸਾਰਿਆਂ ਨੂੰ ਉਸੇ ਦਾ ਆਸਰਾ ਹੈ। ਪਰਮਾਤਮਾ ਤੋਂ ਬਿਨਾ ਕੋਈ ਮਨ ਦੀ ਮੁਰਾਦ ਪੂਰੀ ਨਹੀਂ ਕਰ ਪਾਵੇਗਾ, ਕੋਈ ਝੋਲੀਆਂ ਨਹੀਂ ਭਰ ਪਾਵੇਗਾ। ਬੰਦੇ ਕੋਲੋਂ ਕਿੰਨਾ ਕੁ ਮੰਗੋਗੇ ਤੇ ਕਿੰਨਾ ਕੁ ਦੇ ਸਕਦਾ ਹੈ? ਕੁਝ ਵੀ ਨਹੀਂ। ਅਗਰ ਚਾਹੁੰਦੇ ਹੋ ਰੱਜ ਆਵੇ ਤਾਂ ਗੁਰਦੇਵ ਕਹਿੰਦੇ ਇੱਕ ਪਰਮਾਤਮਾ ਕੋਲੋਂ ਭੰਡਾਰੇ ਮੰਗਿਆ ਕਰੋ। ਚਾਹੇ ਗਿਆਨ ਦੀ ਗੱਲ ਹੈ, ਚਾਹੇ ਮਨ ਦੀ ਝੋਲੀ ਨਾਮ ਚਾਹੀਦਾ ਹੈ, ਤਨ ਦੀ ਝੋਲੀ ਪਦਾਰਥ ਚਾਹੀਦੇ ਨੇ। ਦਾਤਾਰ ਇੱਕ ਪਰਮੇਸ਼ਵਰ ਹੈ। ਉਹਦੀ ਵਡਿਆਈ ਵਿੱਚ ਗੁਰਦੇਵ ਕਹਿੰਦੇ ਨੇ, ਜਾ ਕੈ ਊਣਾ ਕਛਹੂ ਨਾਹੇ। ਊਣਾ ਦਾ ਭਾਵ ਹੈ ਖਾਲੀਪਨ। ਗੁਰਦੇਵ ਕਹਿੰਦੇ ਨੇ ਪਰਮਾਤਮਾ ਪਾਸੋਂ ਜਿਹੜਾ ਮੰਗੇ ਉਹ ਖਜ਼ਾਨਿਆਂ ਦਾ ਐਸਾ ਮਾਲਕ ਹੈ, ਮੰਗਣ ਵਾਲੇ ਦੇ ਘਰ ਵਿੱਚ ਤੋਟ ਨਹੀਂ ਰਹਿੰਦੀ, ਊਣਤਾਈ ਨਹੀਂ ਰਹਿੰਦੀ। ਦੌਲਤਾਂ ਸ਼ੋਹਰਤਾਂ ਵੀ ਬਖਸ਼ਦਾ ਹੈ, ਸ਼ੁਭ ਗੁਣ ਵੀ ਬਖਸ਼ਦਾ ਹੈ, ਸਤ ਸੰਤੋਖ ਦਇਆ ਧਰਮ। ਜਿਹੜਾ ਪਰਮਾਤਮਾ ਅੱਗੇ ਝੋਲੀ ਅੱਡਦਾ ਹੈ ਉਹਦੇ ਜੀਵਨ ਦੇ ਵਿੱਚ ਕੋਈ ਕਮੀ ਨਹੀਂ ਰਹਿੰਦੀ, ਘਾਟ ਨਹੀਂ ਰਹਿੰਦੀ। ਨਾਨਕ ਪੁਰ ਦਰ ਵੇ ਪ੍ਰਵਾਹਾ, ਤਉ ਦਰ ਊਣਾ ਨਾਹੇ ਕੋ ਸੱਚਾ ਵੇ ਪ੍ਰਵਾਹ। ਊਣਿਆਂ ਨੂੰ ਭਰਨ ਵਾਲਾ ਵਾਹਿਗੁਰੂ ਖਾਲੀ ਭਾਂਡੇ ਭਰ ਦਿੰਦਾ ਹੈ, ਸੁੱਕਿਆਂ ਨੂੰ ਹਰੇ ਕਰ ਦਿੰਦਾ ਹੈ। ਇਹ ਨਿਰਦਨ ਜਿਹੜੇ ਨੇ ਸਰਦਨ ਹੋ ਨਿਬੜਦੇ ਨੇ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ। ਅੱਗੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਹਰ ਸਾ ਪ੍ਰੀਤਮ ਕਰ ਮਨ ਮੀਤ। ਹਰ ਦਾ ਮਤਲਬ ਹੈ ਜੋ ਹਰਿਆਂ ਭਰਿਆਂ ਰੱਖਦਾ ਦੁਨੀਆ ਨੂੰ, ਜਿਸ ਕਰਕੇ ਤੁਸੀਂ ਹਰੇ ਭਰੇ ਹੋ। ਅੱਜ ਦੀ ਸਵੇਰ ਜਿਸ ਕਰਕੇ ਤੁਸੀਂ ਵੇਖੀ ਹੈ, ਨੇਤਰ ਹਰੇ ਭਰੇ ਨੇ, ਸਰੀਰ ਹਰਿਆ ਭਰਿਆ ਹੈ, ਚੱਲ ਫਿਰ ਸਕਦੇ ਹੋ ਪਰਮਾਤਮਾ ਦੀ ਜੋਤ ਦੀ ਬਦੌਲਤ, ਉਹਦੇ ਸਵਾਸਾਂ ਦੀ ਬਖਸ਼ਿਸ਼ ਕਰਕੇ। ਜੋ ਤੁਹਾਡੇ ਰੋਗ ਹਰਦਾ ਹੈ, ਅਗਿਆਨ ਹਰਦਾ ਹੈ, ਦੁਖੜੇ ਹਰਦਾ ਹੈ, ਸੁਖ ਬਖਸ਼ਦਾ ਹੈ, ਉਸ ਪਰਮੇਸ਼ਵਰ ਨੂੰ ਹਰ ਕਿਹਾ ਜਾਂਦਾ ਹੈ। ਉਹਨੂੰ ਕਹਿੰਦੇ ਪ੍ਰੀਤਮ ਬਣਾ। ਜੋ ਕੁਝ ਵੀ ਦੁਨੀਆ ਵਿੱਚ ਤੈਨੂੰ ਪਿਆਰਾ ਹੈ ਉਹਦੇ ਨਾਲੋਂ ਵੱਧ ਕੇ ਸੱਚਾ ਪਿਆਰ ਪ੍ਰਭੂ ਦੇ ਨਾਲ ਪਾ। ਉਹਨੂੰ ਮੀਤ ਕਰ, ਉਹਨੂੰ ਸਖਾ ਕਰ, ਉਹਨੂੰ ਸੱਜਣ ਕਰ, ਕਿਉਂਕਿ ਉਹ ਐਸਾ ਮੀਤ ਹੈ, ਸਖਾ ਹੈ, ਸੱਜਣ ਹੈ ਜੋ ਛੱਡੇਗਾ ਨਹੀਂ। ਬਾਕੀ ਜਿੰਨੇ ਵੀ ਸੱਜਣ ਆਪਾਂ ਬਣਾਉਂਦੇ ਆ, ਕੁਝ ਮਾਇਆ ਦਾ ਪ੍ਰਤਾਪ ਹੈ, ਲੋੜਾਂ ਨੇ, ਮਤਲਬ ਹੈ, ਕੋਈ ਨਾ ਕੋਈ ਕਾਰਾ ਕਰਵਾਉਣਾ ਹੋਵੇ ਫਿਰ ਹੀ ਕੋਈ ਇੱਥੇ ਸੱਜਣ ਬਣਦਾ ਹੈ। ਮਤਲਬ ਪ੍ਰਸਤੀ ਹੈ ਦੁਨੀਆ 'ਚ। ਚਾਰ ਪੈਸੇ ਹੋਣ, ਰੌਣਕ ਲੱਗੀ ਰਹਿੰਦੀ ਹੈ ਦਰ ਤੇ ਤੁਹਾਡੇ। ਮਾਇਆ ਨਾ ਹੋਵੇ, ਇੱਦਾਂ ਸੱਜਣ ਦੌੜਨਗੇ, ਸਾਗ ਸੰਬੰਧੀ ਦੌੜਨਗੇ ਜਿਵੇਂ ਮਿੱਠਾ ਮੁੱਕਣ ਤੇ ਮੱਖੀਆਂ ਉੱਡ ਜਾਂਦੀਆਂ ਨੇ। ਮੱਖੀਆਂ ਕਿੰਨਾ ਚਿਰ ਮੰਡਰਾਉਂਦੀਆਂ ਨੇ ਜਿੰਨਾ ਚਿਰ ਮਿੱਠਾ ਹੁੰਦਾ ਹੈ। ਚਲੋ ਜੇ ਕੋਈ ਨਿਭ ਵੀ ਜਾਵੇ ਜੀਵਨ ਕਾਲ ਸੱਜਣ, ਕਹਿੰਦੇ ਮੜੀਆਂ ਤੋਂ ਅੱਗੇ ਨਹੀਂ ਨਿਭ ਸਕਦਾ। ਉੱਥੇ ਪਰਮਾਤਮਾ ਨੇ ਹੀ ਇਨਵਿਜ਼ੀਬਲ ਦੁਨੀਆ ਦੇ ਵਿੱਚ, ਹੇਅਰ ਆਫਟਰ ਅਗਲੀ ਦੁਨੀਆ ਦੇ ਵਿੱਚ, ਪਰਲੋਕ ਦੇ ਵਿੱਚ ਕੰਮ ਆਉਣਾ ਹੈ। ਆਏ ਸੇ ਪ੍ਰਵਾਨ ਹੋਏ, ਮਿਲ ਪ੍ਰੀਤਮ ਸੁਖ ਪਾਵਣਿਆ। ਜਿਨ੍ਹਾਂ ਦਾ ਯਾਰ ਗੁਰੂ ਨਾਨਕ ਬਣ ਗਿਆ, ਅਕਾਲ ਪੁਰਖ ਬਣ ਗਿਆ, ਕਹਿੰਦੇ ਉਹਨਾਂ ਨੂੰ ਇੱਥੇ ਵੀ ਸੁਖ,
ਉਹਨਾਂ ਨੂੰ ਪਰਲੋਕ ਵਿੱਚ ਵੀ ਸੁੱਖ ਹੈ। ਤੋ ਯਾਰ ਬਣਾਉਣਾ ਹੈ, ਗੁਰਦੇਵ ਕਹਿੰਦੇ ਅਕਾਲ ਪੁਰਖ ਨੂੰ, ਗੁਰੂ ਨਾਨਕ ਸਾਹਿਬ ਨੂੰ ਬਣਾਉਣਾ ਕਰ। ਬਾਕੀ ਭੀੜ ਪਈ ਤੇ ਸਾਰੇ ਸਾਥ ਛੱਡ ਜਾਂਦੇ ਨੇ। ਅੱਗੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਪ੍ਰਾਨ ਆਧਾਰ ਰਾਖੋ ਸਦ ਚੀਤ। ਆਧਾਰ ਦਾ ਮਤਲਬ ਹੈ ਆਸਰਾ। ਤੁਹਾਡੇ ਸਰੀਰ ਦਾ ਆਸਰਾ ਹੈ ਉਹਦੇ ਬਖਸ਼ੇ ਸਵਾਸ, ਉਹ ਸਾਹ ਖਿੱਚ ਲਵੇ। ਤੇ ਜਿਹੜੇ ਇਹ ਵੀ ਸੋਚੀ ਬੈਠੇ ਨੇ ਵੀ ਅਸੀਂ ਅਸਮਾਨ ਹੇਠਾਂ ਨਹੀਂ ਸਮਾਉਂਦੇ, ਉਹ ਵੀ ਮਿੱਟੀ ਦਾ ਢੇਰ ਬਣ ਜਾਂਦੇ ਨੇ। ਉਹਦੇ ਬਖਸ਼ੇ ਸਵਾਸ ਨੇ ਤੇ ਅੱਜ ਨੇਤਰ ਖੁੱਲੇ ਨੇ, ਕਈਆਂ ਦੇ ਨਹੀਂ ਖੁੱਲੇ, ਜਿਨ੍ਹਾਂ ਦੇ ਸਾਹ ਖਿੱਚ ਲੈਂਦਾ। ਨਾਨਕ ਢੇਰੀ ਛਾਰ ਕੀ ਵੀ ਫਿਰ ਹੋਈ ਛਾਰ। ਸਾਹ ਖਿੱਚ ਲਏ, ਮੁੱਠੀ ਪਰ ਫੁੱਲਾਂ ਦੀ ਔਕਾਤ ਰਹਿ ਜਾਂਦੀ ਹੈ ਬੰਦੇ ਦੀ। ਤੋ ਮਹਾਰਾਜ ਕਹਿੰਦੇ ਨੇ, ਪਰਮਾਤਮਾ ਦੇ ਆਸਰੇ ਤੋਂ ਬਿਨਾਂ ਕੋਈ ਚੱਲ ਫਿਰ ਨਹੀਂ ਸਕਦਾ। ਪਰਮਾਤਮਾ ਦੀ ਨਜ਼ਰੇ ਨਿਆਮਤ ਤੋਂ ਬਿਨਾਂ ਖੁਸ਼ੀਆਂ ਖੇੜੇ ਨਹੀਂ। ਉਹਨੂੰ ਸਦਾ ਚੇਤੇ ਰੱਖੋ। ਜੋ ਤੁਹਾਡੇ ਨਾਲ ਉਹਨੇ ਗੁਣ ਕੀਤੇ ਨੇ ਉਹਨਾਂ ਨੂੰ ਯਾਦ ਰੱਖੋ। ਤੁਹਾਡੇ ਤੇ ਜੋ ਜੋ ਉਸ ਤੇ ਅਹਿਸਾਨ ਨੇ, ਸ਼ੁਕਰ ਮਨਾਇਆ ਕਰੋ। ਹੱਥ ਪੈਰ ਚੱਲਦੇ ਦਿੱਤੇ ਨੇ, ਸ਼ਰਵਣ ਸੁਣ ਰਹੇ ਨੇ, ਨਜ਼ਰ ਦੇਖ ਰਹੀ ਹੈ। ਕਈ ਐਸੇ ਲੋਕ ਨੇ ਜਿਨ੍ਹਾਂ ਦੇ ਅੰਗ ਕੰਮ ਨਹੀਂ ਕਰਦੇ, ਜਿਨ੍ਹਾਂ ਨੂੰ ਜੀਵਨ ਬੋਝ ਜਾਪਦਾ ਹੈ। ਜੇ ਤੁਹਾਨੂੰ ਸੁੱਖ ਸਹੂਲਤਾਂ ਖੇੜੇ ਦਿੱਤੇ ਨੇ ਤੇ ਕਹਿੰਦੇ ਉਹਦਾ ਸ਼ੁਕਰ ਮਨਾਇਆ ਕਰੋ। ਮਾੜਾ ਜਿਹਾ ਰੁਮਾਲ ਡਿੱਗ ਪਵੇ ਨਾ ਤੇ ਨਾਲ ਦਾ ਚੱਕ ਕੇ ਫੜਾਵੇ ਤੇ ਉਸੇ ਵੇਲੇ ਥੈਂਕ ਯੂ ਕਹਿੰਦਾ ਹੈ ਬੰਦਾ, ਸ਼ੁਕਰ ਮਨਾਉਂਦਾ ਹੈ, ਧੰਨਵਾਦ ਕਰਦਾ ਹੈ। ਜਿਸ ਪਰਮੇਸ਼ਵਰ ਨੇ ਅਮੁੱਲੇ ਸਵਾਸ ਦਿੱਤੇ ਨੇ, ਜਿਨ੍ਹਾਂ ਦਾ ਮੁੱਲ ਕੋਈ ਨਹੀਂ। ਜਿੰਨਾ ਚਿਰ ਨੇਤਰਾਂ ਦੀ ਨਜ਼ਰ ਚੱਲ ਰਹੀ ਹੈ, ਸਾਨੂੰ ਜਾਪਦਾ ਹੈ ਕੋਈ ਵੱਡੀ ਗੱਲ ਨਹੀਂ, ਸਾਰੇ ਵੇਖ ਰਹੇ ਨੇ, ਅਸੀਂ ਵੇਖ ਰਹੇ ਹਾਂ। ਇਹਦੀ ਕੀਮਤ ਉਦਣ ਪਤਾ ਲੱਗਣੀ ਹੈ ਜਿੱਦਣ ਮੈਡੀਕਲ ਦੀ ਦੁਨੀਆ ਨੇ ਜਵਾਬ ਦਿੱਤਾ ਵੀ ਤੇਰੀ ਜੋਤ ਜਾਂਦੀ ਰਹੀ ਹੈ, ਉੱਤੇ ਲੈਂਸ ਪਾਉਣ ਦਾ ਕੋਈ ਮਤਲਬ ਨਹੀਂ ਰਿਹਾ ਹੋਣਾ। ਫਿਰ ਪਤਾ ਲੱਗੇਗਾ ਵੀ ਅੱਖਾਂ ਦੀ ਕੀਮਤ ਕੀ ਹੈ। ਕੰਨਾਂ ਨੇ ਸੁਣਨਾ ਛੱਡ ਦਿੱਤਾ, ਸਮਝ ਲੱਗੇਗੀ ਇਹ ਕੈਸੀ ਕੀਮਤ ਹੈ। ਸੋਰਸਿਸ, ਨੈਚੁਰਲ ਰਿਸੋਰਸਿਸ ਜਿਸ ਪਰਮੇਸ਼ਵਰ ਨੇ ਤੁਹਾਨੂੰ ਬਖਸ਼ੇ ਹੋਏ ਨੇ, ਤੋ ਸਵੇਰੇ ਉੱਠ ਕੇ ਚਾਹੇ 2 ਮਿੰਟ ਹੀ ਸ਼ੁਕਰ ਮਨਾਇਆ ਕਰੋ, ਉਹਦੀ ਯਾਦ ਵਿੱਚ ਬੈਠਿਆ ਕਰੋ, ਸਾਰੇ ਕੰਮ ਧੰਦੇ ਛੱਡ ਕੇ। ਮਹਾਰਾਜ ਕਹਿੰਦੇ ਨੇ, ਜੀਵਨ ਪ੍ਰਾਨ ਆਧਾਰ ਮੇਰੀ ਰਾਸ, ਪ੍ਰੀਤ ਲਾਈ ਕਰ ਹਿਰਦੈ ਨਿਵਾਸ। ਜਦੋਂ ਤੋਂ ਸਮਝ ਲੱਗੀ ਹੈ ਵੀ ਸਾਡੇ ਜੀਵਨ ਦਾ ਆਸਰਾ ਪਰਮਾਤਮਾ ਹੀ ਹੈ, ਹੋਰ ਕੋਈ ਨਹੀਂ, ਕਹਿੰਦੇ ਉਹਦੇ ਨਾਲ ਪ੍ਰੀਤੀ ਪੈ ਗਈ। ਉਦੋਂ ਦੇ ਉਹਦੇ ਗੀਤ ਗਾਈਦੇ ਨੇ, ਔਰ ਜਿਨ੍ਹਾਂ ਨਾਲ ਉਹਦੀ ਪ੍ਰੀਤ ਪੈਂਦੀ ਹੈ ਫਿਰ ਉਹ ਸਾਥ ਨਹੀਂ ਛੱਡਦਾ। ਅੱਗੇ ਗੁਰਦੇਵ ਫਰਮਾਨ ਕਰਦੇ ਨੇ, ਰਹਾਓ ਰੇ ਮਨ ਮੇਰੇ ਤੂੰ ਤਾਕੋ ਸੇਵ। ਸੇਵ, ਸੇਵਾ, ਇਹਦੇ 2 ਪੱਖ ਨੇ। ਇੱਕ ਹੈ ਉਪਾਸਨਾ, ਬੰਦਗੀ ਕਰਨੀ। ਇੱਕ ਹੈ ਹੱਥੀਂ ਟਹਿਲ ਕਰਨੀ। ਬੰਦਗੀ ਦੀ ਬਾਤ ਆਉਂਦੀ ਹੈ, ਅਸੀਂ ਉਪਾਸਨਾ ਇਨਵਿਜ਼ੀਬਲ ਦੀ, ਨਿਰਗੁਣ ਦੀ, ਪਰਮਾਤਮਾ ਦੀ ਕਰਦੇ ਹਾਂ। ਤੇ ਜਦੋਂ ਟਹਿਲ ਦੀ ਗੱਲ ਆਉਂਦੀ ਹੈ, ਅਕਾਲ ਪੁਰਖ ਦੇ ਸਰਗੁਣ ਸਰੂਪ ਗੁਰੂ ਗ੍ਰੰਥ ਸਾਹਿਬ ਸ਼ਬਦਾਵਤਾਰ 10 ਪਾਤਸ਼ਾਹੀਆਂ ਦੇ ਗੀਤ ਗਾਉਣੇ ਆ, ਉਹਨਾਂ ਦੀ ਸੇਵਾ ਕਰਦੇ ਆ। ਕਹਿੰਦੇ ਉਪਾਸਨਾ ਕਰ ਚਾਹੇ ਟਹਿਲ ਕਰ, ਤੇਰੇ ਜੀਵਨ ਦੇ ਵਿੱਚ ਖੁਸ਼ੀਆਂ ਖੇੜੇ ਰਹਿਣਗੇ। ਗੁਰ ਪਰਮੇਸ਼ਰ ਸੇਵਿਆ ਭੈ ਭੰਜਨ ਦੁੱਖ ਲੱਥ। ਜਿੰਨੇ ਵੀ ਜੀਵਨ ਦੇ ਵਿੱਚ ਰੋਗ ਨੇ, ਤਨ ਨੂੰ ਸੋਗ ਹੈ, ਮਨ ਨੂੰ, ਜਿੰਨੇ ਵੀ ਜੀਵਨ ਵਿੱਚ ਵਿਘਨ ਨੇ, ਗੁਰੂ ਪਰਮੇਸ਼ਰ ਦੀ ਸੇਵਾ ਕਰਨ ਵਾਲੇ ਦੇ ਮਿਟ ਜਾਂਦੇ ਨੇ। ਉਹਦੀ ਹਸਤੀ ਕੁਝ ਐਸੀ ਹੈ। ਗੁਰੂ ਇਜ਼ ਦਾ ਡਿਸਪੈਲਰ ਆਫ ਫੀਅਰ। ਹਰ ਤਰ੍ਹਾਂ ਦਾ ਡਰ ਗੁਰੂ ਨਿਪਟਾ ਦਿੰਦਾ ਹੈ।
हर तरह का रोग सोग जीवन चों मिटा दिंदा है, उहदी ताकत है। तो उहदी सेवा करया कर, उहदी चापलूसी करया कर। जिवें बंदा खुश हुंदा ना, मुट्ठी चापी करिए, इदां ही रब खुश हुंदा है, उहदे गीत गाइए। अगे गुरु अर्जन साहिब कहंदे ने, आद पुरख अपरंपर देव। इत्थे बड़े दुनिया दे उत्ते महापुरुष होए ने, प्राचीन काल विच, अजोके समय विच, अगाम ही होणगे। जिन्ने भी प्राचीन ने, पुराने ने, सारियां तो पुराना, इस सृष्टि तो भी जिहड़ा पुराना है, सृष्टि का वजूद है, सबना का जो आद है, महाराज कहंदे ओ परमात्मा पुरुषार्थ दे सहित है, भावो हर जरे दे विच प्रगट है। ਉਹਦੇ ਲਈ अपरंपर लफ्ज़ भी आउंदा है, जो इन्हां लोकां तो परे ने ना, ब्रह्मा वर्गे देवते, उन्हां तो भी अपर है, उन्हां तो भी वड्डा है, उन्हां तो भी परे है। शिव जी ब्रह्मा विष्णु वर्गे भी जिहदे चाकर ने। तो ऐसा जिहड़ा परमात्मा है, दुनिया का आद भी है, दुनिया की रचना भी करता है, अज भी है, असी नाम ही रहे ते सदा रहेगा। आद मद अंत निरंकारं, ओदी हस्ती कुछ ऐसी है, वो सदीव काल है। गुरु अर्जन साहिब कहंदे ने, तिस ऊपर मन कर तुम आसा। आसा की है? प्राप्ति दी इच्छा, उमैद। कहते बंदे दी आस छड्ड दे, पूरी नहीं होवेगी। आसा करनी है, परमात्मा दी आस कर, जो सब खाली भांडियां नूं लबालब भरन वाला है। परमात्मा तो बिना किसी होर दी आस लाउणी मन टुटेगा, क्योंकि पूर्ति नहीं कोई बख्श सकता। एक शायर है मीर तकी मीर, वो लिखदा है, मीर बंदों से काम कब निकला, मांगना है जो कुछ खुदा से मांग। कहंदा कदे बंदे भी काम नेपरे चढ़ पाए ने, कदे भी नहीं। चाहुना है हर कारज नेपरे चढ़े, परमात्मा कोलों मंगिया कर। गुरु ग्रंथ साहिब कहंदे, आसा सभे लाहे कै, इका आस कमाओ। सारियां तो आस लाउणी छड्ड के एक परमात्मा तो आस ला, की मिलेगा जी? सभे थोक प्राप्ते, जे आवे एक हथ। जे परमात्मा खुश कर लिया तू, ते कहंदे ने सभे थोक, सारे ही पदार्थ तैनूं प्राप्त हो जाणगे। अगे गुरु अर्जन साहिब कहंदे ने, आद जुगाद जाका परवासा। पिछे भी जिहड़ी सृष्टि है, ये अकाल पुरख दे ही आसरे सी। युगाद, जुगां दा आरंभ, जिसने जुग बनाए ने, सतयुग, कलयुग, त्रेता, द्वापर आदि। जदों दुनिया की रचना हो गई, युगां का आगाज होया, उदों भी सारियां नूं दातां ओही दिंदा सी। अज कलयुग है, अज भी दातां ओ दे रहा। मतलब साफ है, सारे मंगते ने, वंडन वाला एको परमात्मा है। दद्दा दाता एक है, सबको देवण हार। देंदियां टोट ना आवई अगंत भरे भंडार। कोई सामने मंग लैंदा, कोई लोके मंग लैंदा, है सारे ही मंगते। देण वाला गुरु नानक है, अकाल पुरख है, गुज्जी शनी नाही बात। गुरु नानक तुठा किनी दात, झोलियां वो भरदे ने। तो कहंदे आद जुगाद परमात्मा का ही प्रभासा सी, सत्या भरोसा।
ਉਹਦਾ ਹੀ ਆਸਰਾ ਸੀ ਸਾਰਿਆਂ ਨੂੰ। ਜੁਗਾਂ ਜੁਗਾਂ ਤੋਂ ਉਹਦੇ ਆਸਰੇ ਹੀ ਦੁਨੀਆ ਟਿਕੀ ਹੋਈ ਹੈ। ਜੁਗਾਂ ਜੁਗਾਂ ਤੋਂ ਦੇ ਰਿਹਾ, ਆਪਾਂ ਖਾ ਰਹੇ ਹਾਂ। ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਤੋ ਉਹਦੇ ਭੰਡਾਰੇ ਮੁੱਕਦੇ ਨਹੀਂ। ਕੋਏ ਨਾ ਪਹੁੰਚਣ ਹਾਰਾ, ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ। ਜਿੱਥੇ ਪ੍ਰਮਾਤਮਾ ਨੇ ਕੰਮ ਆਉਣਾ ਹੈ, ਕਹਿੰਦੇ ਉੱਥੇ ਕੋਈ ਹੋਰ ਕੰਮ ਨਹੀਂ ਆਵੇਗਾ। ਤੂੰ ਆਸ ਕਰਨੀ ਹੈ ਪਰਮੇਸ਼ਵਰ ਦੀ ਆਸ ਕਰ, ਹੋਰ ਸਭੇ ਆਸਾਂ ਵਿਅਰਥ ਨੇ। ਅੱਗੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਜਾਂ ਕੀ ਪ੍ਰੀਤ ਸਦਾ ਸੁਖ ਹੋਏ। ਪਰਮਾਤਮਾ ਨਾਲ ਪਿਆਰ ਕਰੋ, ਸਦਾ ਹੀ ਸੁਖ ਹੈ। ਹੋਰ ਕਿਧਰੇ ਵੀ ਪਿਆਰ ਪਾਉਂਦੇ ਹੋ, ਤਕਲੀਫ ਉਠਾਉਣੀ ਪੈਂਦੀ ਹੈ। ਵਿਆਹ ਹੋਇਆ, ਘਰ ਵਾਲੀ ਨਾਲ ਪ੍ਰੀਤੀ ਹੈ। ਇੱਕ ਦਿਨ ਜਦੋਂ ਸਾਥ ਛੁੱਟੇਗਾ, ਸੰਜੋਗ ਤੋਂ ਬਾਅਦ ਵਿਯੋਗ ਹੋਵੇਗਾ, ਬੰਦਾ ਦੁਖੀ ਹੁੰਦਾ ਹੈ। ਪੈਸਾ ਮਿਲ ਗਿਆ, ਪ੍ਰੀਤੀ ਬੜੀ ਹੈ ਮਾਇਆ ਦੇ ਨਾਲ, ਦੇਵ ਨੇ ਤੈਸੀ ਹੋਈ ਪੈਸਾ ਹੱਥ ਨਾ ਰਿਹਾ। ਇਸ ਪ੍ਰੀਤੀ ਨੇ ਵੀ ਦੁੱਖ ਦਿੱਤਾ। ਇੱਕ ਰਾਜਾ ਬਣ ਗਿਆ, ਤਖਤ ਮਿਲ ਗਿਆ, ਆਨੰਦ ਲੈਂਦਾ ਰਿਹਾ। ਹੁਣ ਤਖਤ ਖੁੱਸਣ ਵਾਲਾ ਹੈ, ਹੁਣ ਵਿਰਲਾਪ ਕਰਦਾ ਹੈ। ਤਖਤ ਵੀ ਨਾ ਨਿਭਿਆ, ਦੌਲਤ ਸ਼ੌਹਰਤ ਨਾ ਨਿਭੀ, ਸਾਗ ਸੰਬੰਧੀ ਨਾ ਨਿਭੇ। ਜਿੱਥੇ ਜਿੱਥੇ ਯਾਰੀ ਲਾਈ, ਜਿੱਥੇ ਜਿੱਥੇ ਤੇ ਮੋਹ ਪਾਇਆ। ਜਿਵੇਂ ਜਿਵੇਂ ਵਿਯੋਗ ਹੁੰਦਾ ਹੈ, ਤਿਵੇਂ ਤਿਵੇਂ ਦੁੱਖ ਹੋਵੇਗਾ। ਜਿੰਨਾ ਜਿੱਥੇ ਮੋਹ ਵੱਧਦਾ ਹੈ, ਓਨਾ ਉੱਥੇ ਦੁੱਖ ਵੱਧਦਾ ਹੈ। ਕਹਿੰਦੇ ਇੱਕ ਪਰਮਾਤਮਾ ਦੀ ਪ੍ਰੀਤੀ ਹੈ, ਜਿੱਥੇ ਕਦੇ ਦੁੱਖ ਨਹੀਂ ਹੁੰਦਾ। ਜੋ ਸਾਥ ਛੱਡ ਕੇ ਨਹੀਂ ਜਾਂਦਾ, ਉਸ ਪਰਮਾਤਮਾ ਦੇ ਨਾਲ ਪ੍ਰੀਤੀ ਲਾਉਣੀ ਕਰ, ਤੈਨੂੰ ਸਦਾ ਹੀ ਸੁਖ ਹੋਵੇਗਾ। ਮਹਾਰਾਜ ਕਹਿੰਦੇ, ਸਾਧ ਸੰਗ ਇਨ ਦੁਖ ਤੇ ਨਿਕਸਿਓ, ਨਾਨਕ ਏਕ ਪ੍ਰੀਤ। ਗੁਰਾਂ ਦੀ ਸੰਗਤ ਆ ਕੇ ਪ੍ਰਮਾਤਮਾ ਨਾਲ ਪ੍ਰੀਤੀ ਕੀਤੀ, ਸਾਰੇ ਹੀ ਦੁੱਖ ਮਿਟ ਗਏ। ਸੁਖ ਹੀ ਸੁਖ ਹੈ। ਤੋ ਕਹਿੰਦੇ ਉਹਦੇ ਨਾਲ ਪਿਆਰ ਕਰਿਆ ਕਰ, ਹਿਫਾਜ਼ਤ ਵਿੱਚ ਰੱਖੇਗਾ ਤੈਨੂੰ, ਖੁਸ਼ ਰੱਖੇਗਾ ਤੈਨੂੰ। ਇੱਕ ਸ਼ਾਇਰ ਲਿਖਦਾ ਹੈ, ਕਹਿੰਦਾ, ਵਹੀ रखेगा मेरे घर को बलाओं से महफूज, जो सजर से घोंसले गिरने नहीं देता। कहते परमात्मा ही बलावां तो रख सकता है, दुखां तो रख सकता है, तकलीफां तो रख सकता है। जेड़ा पंछियां दे आलणे रुखां तो नहीं ना डिगण दिंदा, वो कहते तैनू भी हिफाजत विच रखेगा। तो ਉਹਦੇ ਨਾਲ यारी ला, ਉਹੀ खुशियां खेड़े बख्शण वाला है। अगे गुरु अर्जन साहिब कहते ने, नानक गावै गुर मिल सोए। अकाल पुरख दे सरगुण स्वरूप गुरु रामदास पातशाह, धन धन रामदास, गुर जिन सिरिया तिनै सवारिया, पूरी होई करामात आप सिरजनहारै। धारिया सिखी अतै संगति पार ब्रह्म कर नमस्कारिया। सिखां नूं समझै पार ब्रह्म है गुरु रामदास। तो गुरु अर्जन साहिब कहते ने, गुरु रामदास दे चरनी लग के उस परमात्मा दे गीत गाओ, जो परमेश्वर गुरु रामदास का निर्गुण स्वरूप है। तो जदों गुरां दी शरण जाके उस वाहिगुरु दे गीत गायन करोगे, फिर मिलदा की है? खुशियां, आनंद, खेड़ा, रोगां सोगां तो नजात, 84 लाख जूना तो छुटकारा। जिस अंदर रंग सोई गुण गावै, गुर कै शब्द सहजे सुख समावै। ਜਿਹੜਾ ਗੁਰੂ ਦੇ ਸ਼ਬਦ ਰਾਹੀਂ ਵਾਹਿਗੁਰੂ ਨੂੰ ਗਾਉਂਦਾ ਹੈ, ਉਹ ਸਹਿਜੇ ਹੀ ਸੁਖ ਪ੍ਰਾਪਤ ਕਰ ਲੈਂਦਾ ਹੈ। ਕਲਯੁਗ ਵਿੱਚ ਸਹਿਜ ਮਿਲ ਜਾਵੇ, ਇਹਦੇ ਨਾਲੋਂ ਵੱਡੀ ਪ੍ਰਾਪਤੀ ਕੀ ਹੈ? ਸਹਿਜ ਸ਼ਾਂਤੀ ਨੂੰ ਕਹਿੰਦੇ ਨੇ। ਤੁਹਾਨੂੰ ਸ਼ਾਂਤੀ ਮਿਲ ਜਾਂਦੀ ਹੈ ਜਿਹੜਾ ਪ੍ਰਭੂ ਦੇ ਗੀਤ ਗਾਉਂਦਾ ਹੈ। ਦਾਸ ਇੱਥੇ ਸ਼੍ਰੀ ਮੁਖ ਵਾਕ ਦੀ ਵਿਆਖਿਆ ਨੂੰ ਸੰਕੋਚਦਾ ਹੈ।
ਅਕਾਲ ਪੁਰਖ ਦੇ ਸ਼ਬਦਾ ਅਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਕੱਲ੍ਹ ਨੂੰ 16 ਸਤੰਬਰ 2023 ਪਹਿਲਾ ਪ੍ਰਕਾਸ਼ ਦਿਹਾੜਾ ਹੈ। ਆਓ ਉਸ ਸੰਬੰਧ ਦੇ ਵਿੱਚ ਗੁਰਬਾਣੀ ਦੀ ਰੌਸ਼ਨੀ ਅੰਦਰ ਇਤਿਹਾਸਕ ਵਿਚਾਰਾਂ ਕਰਨ ਦਾ ਯਤਨ ਕਰੀਏ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੋ ਬਾਣੀ ਕੇ ਬੋਹਿਤ ਨੇ, ਬਾਣੀ ਦਾ ਜਹਾਜ਼ ਬਣਾਉਣ ਵਾਲੇ ਨੇ, ਜਿਨ੍ਹਾਂ ਨੇ ਸ਼੍ਰੀ ਆਦਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਰਾਮਸਰ ਬੈਠ ਕਰਕੇ ਅੰਮ੍ਰਿਤਸਰ ਵਿਖੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਕਰਵਾਈ। ਇਹ 1660 1661 ਬਿਕਰਮੀ ਸੰਮਤ ਦੇ ਦਰਮਿਆਨ ਹੋਇਆ ਹੈ। ਉਸ ਗੁਰੂ ਅਰਜਨ ਸਾਹਿਬ ਦੀ ਸ਼ਾਨ ਵਿੱਚ ਜੋ ਲੋਕਾਈ ਨੂੰ ਤਾਰਨੇ ਵਾਲੇ ਨੇ, ਭੱਟਾਂ ਦੇ ਬੋਲ ਪ੍ਰਗਟ ਨੇ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਚਾਰੇ ਜਾਗੇ ਚੌਹੋ ਜੁਗੀ ਪੰਚਾਇਣ ਆਪੇ ਹੋਆ, ਆਪੀਨੇ ਆਪ ਸਾਜਿਓਨ ਆਪੇ ਹੀ ਥੰਮ ਖਲੋਆ। ਕਹਿੰਦੇ ਅਕਾਲ ਪੁਰਖ ਚਾਰ ਮਸ਼ਾਲਾਂ ਦੇ ਰੂਪ ਵਿੱਚ ਪ੍ਰਗਟ ਰਿਹਾ ਗੁਰੂ ਅਰਜਨ ਸਾਹਿਬ ਤੋਂ ਪਹਿਲਾਂ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਪਹਿਲਾਂ ਗੁਰੂ ਨਾਨਕ ਸਾਹਿਬ ਬਣੇ, ਫਿਰ ਗੁਰੂ ਅੰਗਦ ਸਾਹਿਬ, ਫਿਰ ਗੁਰੂ ਅਮਰਦਾਸ ਜੀ, ਫਿਰ ਗੁਰੂ ਰਾਮਦਾਸ ਜੀ। ਕਹਿੰਦੇ ਹੁਣ ਉਸ ਅਕਾਲ ਪੁਰਖ ਨੇ ਪੰਜਵਾਂ ਜਾਮਾ ਗੁਰੂ ਅਰਜਨ ਸਾਹਿਬ ਰੂਪੀ ਧਾਰਿਆ ਹੈ। ਉਹ ਪ੍ਰਮਾਤਮਾ ਆਪ ਹੀ ਦੁਨੀਆ ਨੂੰ ਸਾਜਦਾ ਹੈ, ਆਪ ਹੀ ਥੰਮ ਹੈ, ਆਪ ਹੀ ਸਹਾਰਾ ਹੈ ਸ੍ਰਿਸ਼ਟੀ ਦਾ। ਆਪੇ ਪੱਟੀ ਕਲਮ ਆਪ ਲਿਖਣ ਹਾਰਾ ਹੋਆ। ਆਪ ਹੀ ਉਹ ਦੇਵਨਿਤ ਲਿਖਦਾ ਹੈ, ਕਰਮਗਤ ਲਿਖਦਾ ਹੈ, ਆਪ ਹੀ ਤਕਦੀਰਾਂ ਘੜਨ ਵਾਲਾ ਹੈ, ਆਪ ਹੀ ਸਾਰੀ ਸਾਜਣਾ ਕਰਨ ਵਾਲਾ ਹੈ। ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਰੋਆ। ਬੜੀ ਅਚਰਜ ਖੇਡ ਹੈ। ਆਪ ਨਵੀਨ ਹੀ ਰਹਿੰਦਾ, ਨਵਾਂ ਹੀ ਰਹਿੰਦਾ ਹੈ। ਦੁਨੀਆ ਸਾਜਦਾ ਪੁਰਾਣੀ ਹੋ ਜਾਂਦੀ ਹੈ, ਢਾਹ ਸੁੱਟਦਾ ਹੈ, ਫਿਰ ਸਾਜ ਦਿੰਦਾ, ਨਵੇਂ ਭਾਂਡੇ ਬਣਾ ਦਿੰਦਾ ਹੈ। ਉਹ ਪਰਮਾਤਮਾ ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ। ਗੁਰੂ ਅਰਜਨ ਬਣ ਕੇ ਦੁਨੀਆ ਤੇ ਆ ਗਿਆ। ਜਿਹੜੇ ਚਵਰ ਛਤਰ ਤਖਤ ਦੇ ਮਾਲਕ ਗੁਰੂ ਰਾਮਦਾਸ ਸਨ, ਉਹੀ ਤਖਤ ਗੁਰੂ ਅਰਜਨ ਸਾਹਿਬ ਦਾ ਹੈ ਔਰ ਉਹਨਾਂ ਦੀ ਵਡਿਆਈ ਦੁਨੀਆ ਤੇ ਪ੍ਰਗਟ ਹੈ। ਜਿਵੇਂ ਚੰਦੋਆ ਸਾਹਿਬ ਖਿੜਿਆ ਹੁੰਦਾ, ਇੱਦਾਂ ਉਹਨਾਂ ਦਾ ਪ੍ਰਤਾਪ ਖਿੜਿਆ ਹੈ ਦੁਨੀਆ ਤੇ। ਕਿੱਥੋਂ ਤੱਕ ਪ੍ਰਤਾਪ ਹੈ? ਉਗਵਣ ਹੋ ਤੈ ਆਥਮਣ ਹੋ, ਚਹੋ ਚੱਕੀ ਕੀਨ ਲੋਆ। ਉਗਵਣ ਕਹਿੰਦੇ ਨੇ ਜਿੱਥੋਂ ਸੂਰਜ ਉਗਦਾ ਹੈ। ਆ ਥਮਣ ਕਹਿੰਦੇ ਨੇ ਜਿੱਥੇ ਸੂਰਜ ਛਿਪਦਾ ਹੈ। ਗੁਰੂ ਅਰਜਨ ਸਾਹਿਬ ਦੀ ਵਡਿਆਈ ਸੂਰਜ ਦੇ ਚੜ੍ਹਨ ਤੋਂ ਲੈ ਕੇ ਛਿਪਣ ਤੱਕ ਪ੍ਰਗਟ ਹੈ। ਲੋਕ ਪਰਲੋਕ ਦੇ ਵਿੱਚ ਉਹਦੀ ਜੈ ਜੈਕਾਰ ਹੈ। ਜਿਨੀ ਗੁਰਨਾ ਸੇਵਿਓ ਮਨ ਮੁਖਾ ਭਇਆ ਮੋਆ। ਜਿਹੜੇ ਗੁਰੂ ਅਰਜਨ ਸਾਹਿਬ ਦੀ ਸ਼ਰਨ ਨਹੀਂ ਜਾਂਦੇ, ਉਹ ਮਨਮੁਖ ਆਵਾਗਮਨ ਵਿੱਚ ਪੈਂਦੇ ਨੇ, ਰੀਇਨਕਾਰਨੇਸ਼ਨ ਵਿੱਚ 84 ਲੱਖ ਜੂਨਾਂ ਵਿੱਚ ਆਉਂਦੇ ਨੇ। ਹੁਣ ਇੱਕ ਪੰਕਤੀ ਸਾਂਝੀ ਕਰਨ ਲੱਗਾ ਤੁਹਾਡੇ ਨਾਲ, ਇਹਨੂੰ ਬੜੇ ਧਿਆਨ ਨਾਲ ਸੁਣਿਓ, ਕਿਉਂਕਿ ਅੱਜ ਕੱਲ੍ਹ ਬੜੇ ਕੁਤਰਕ ਕਰਨ ਵਾਲੇ ਪ੍ਰਚਾਰਕ ਸਿੱਖੀ ਦਾ ਲਿਬਾਸ ਪਾ ਕੇ ਸਿੱਖੀ ਦਾ ਘਾਣ ਕਰ ਰਹੇ ਨੇ। ਔਰ ਉਹਨਾਂ ਦਾ ਇੱਕੋ ਹੀ ਬਿਆਨ ਹੈ, ਉਹ ਸਾਬਤ ਕਰਨਾ ਚਾਹੁੰਦੇ ਨੇ ਵੀ 10 ਪਾਤਸ਼ਾਹੀਆਂ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤਾਈਂ ਆਮ ਇਨਸਾਨ ਹੋਏ ਨੇ। ਤੇ ਜਿਹੜਾ ਆਮ ਹੁੰਦਾ ਹੈ, ਇੱਕ ਗੱਲ ਸਮਝ ਲਈ, ਉਹ ਝੋਲੀਆਂ ਨਹੀਂ ਭਰ ਸਕਦਾ। ਜਿਹੜਾ ਆਮ ਹੁੰਦਾ ਹੈ ਉਹਦੇ ਦਰ ਤੇ ਰੌਣਕ ਨਹੀਂ ਲੱਗਦੀ, ਉਹਦੇ ਦਰ ਤੇ ਨੱਕ ਰਗੜਨ ਦਾ ਕੋਈ ਫਾਇਦਾ ਨਹੀਂ ਹੁੰਦਾ।
ਆਮ ਬੰਦਾ ਤੇ ਆਪ ਨੰਗ ਹੈ, ਤੁਹਾਡੀਆਂ ਝੋਲੀਆਂ ਕੀ ਭਰੇਗਾ। ਦੂਸਰੇ ਧਰਮਾਂ ਦਾ ਜ਼ੋਰ ਲੱਗਾ ਵੀ ਸਾਡੇ ਰਹਿਬਰ ਖਾਸ ਨੇ। ਕੋਈ ਕਹਿੰਦਾ ਸਾਡੇ ਭਗਵਾਨ 'ਚ ਕਰਾਮਾਤ ਹੈ, ਕੋਈ ਕਹਿੰਦਾ ਸਾਡੇ ਮੈਸੇਂਜਰ ਆਫ ਲਾਰਡ 'ਚ ਕਰਾਮਾਤ ਹੈ, ਕੋਈ ਕਹਿੰਦਾ ਹੈ ਸਾਡੇ ਮਹਾਂਪੁਰਸ਼ਾਂ ਵਿੱਚ ਅਜ਼ਮਤ ਬੜੀ ਹੈ, ਝੋਲੀਆਂ ਭਰਦੇ ਨੇ। ਤੇ ਕੁਝ ਸਾਡੇ 'ਚ ਪੈਦਾ ਹੋ ਗਏ ਕੁਤਰਕੀ ਪ੍ਰਚਾਰਕ, ਇਹਨਾਂ ਦਾ ਸਾਰਾ ਜ਼ੋਰ ਲੱਗਾ ਵੀ ਗੁਰੂ ਨੂੰ ਇੱਕ ਨਕੰਮਾ ਇਨਸਾਨ ਦਿਖਾ ਦਈਏ, ਵੀ ਗੁਰੂ 'ਚ ਕੁਝ ਨਹੀਂ ਹੈਗਾ, ਕਰਾਮਾਤ ਹੈ ਨਹੀਂ। ਗੁੱਟੋਂ ਫੜ ਲਿਆ ਕਰੋ ਐਸੇ ਮਨਮੁਖਾਂ ਨੂੰ, ਪੁੱਛਿਆ ਕਰੋ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਲਿਖਿਆ ਵੀ ਕਰਾਮਾਤ ਹੈ ਨਹੀਂ? ਜੇ ਨਹੀਂ ਲਿਖਿਆ ਤੇ ਤੂੰ ਕਥਾ ਕਾਹਦੀ ਕਰ ਰਿਹਾ ਹੈ? ਕਥਾ ਤੇ ਤੈਨੂੰ ਗੁਰੂ ਕੀ ਬਾਣੀ ਦੀ ਕਰਨ ਲਈ ਬੁਲਾਇਆ ਹੈ। ਤੋ ਇਹ ਵੇਖਣ ਨੂੰ ਗੁਰਮੁਖ ਜਾਪਣਗੇ, ਹੈਨ ਮਨਮੁਖ ਜਿਹੜੇ ਗੁਰੂ ਤੇ ਤਰਕ ਕਰਦੇ ਨੇ। ਭੱਟ ਸਾਹਿਬਾਨਾਂ ਨੂੰ ਪੁੱਛੋ ਕੌਣ ਹੈ ਗੁਰੂ ਅਰਜਨ, ਉਹਦੀ ਕਰਾਮਾਤ ਕੀ ਹੈ? ਕਹਿੰਦੇ ਦੂਣੀ ਚੌਣੀ ਕਰਾਮਾਤ, ਸੱਚੇ ਕਾ ਸੱਚਾ ਢੋਆ। ਜਿੰਨੀ ਵੀ ਦੁਨੀਆ ਦੇ ਅੰਦਰ ਰਹਿਬਰਾਂ ਮਹਾਂਪੁਰਸ਼ਾਂ ਵਿੱਚ ਕਰਾਮਾਤ ਹੈ, ਗੁਰੂ ਅਰਜਨ ਸਾਹਿਬ ਵਿੱਚ ਦੂਣੀ ਚੌਣੀ ਹੈ ਉਹਨਾਂ ਨਾਲੋਂ ਵੱਧ ਕੇ। Your miracles increase twofold, even fourfold. You got all the miraculous powers. ਇੰਗਲਿਸ਼ ਤੇ ਟੀਕਾਕਾਰੀ ਕਰਦੇ ਨੇ, ਕਹਿੰਦੇ ਕਰਾਮਾਤੀ ਹੈ ਗੁਰੂ ਅਰਜਨ। ਤੋ ਮੈਂ ਕੇਵਲ ਭਾਵਨਾ ਵਿੱਚ ਵਹਿ ਕੇ ਅਰਥ ਨਹੀਂ ਕਰ ਰਿਹਾ, ਬੜੇ ਬੜੇ ਡਾਕਟਰ ਸਾਹਿਬਾਨਾਂ ਦੇ ਅਰਥ ਨੇ ਵੀ ਗੁਰੂ ਅਰਜਨ ਸਾਹਿਬ ਕਰਾਮਾਤ ਦੇ ਸਹਿਤ ਨੇ, ਝੋਲੀਆਂ ਭਰਨ ਵਾਲੇ ਨੇ। ਉਹਨਾਂ ਤੋਂ ਵੱਡੀ ਕਿਸੇ ਦੀ ਹਸਤੀ ਨਹੀਂ। ਚਾਰੇ ਜਾਗੇ ਚਹੋ ਜੁਗੀ ਪੰਚਾਇਣ ਆਪੇ ਹੋਆ। ਅਕਾਲ ਪੁਰਖ ਗੁਰੂ ਨਾਨਕ ਗੁਰੂ ਰਾਮਦਾਸ ਤੋਂ ਬਾਅਦਾਂ ਪੰਜਵਾਂ ਸਰੂਪ ਗੁਰੂ ਅਰਜਨ ਸਾਹਿਬ ਦਾ ਧਾਰਦਾ ਹੈ, ਦੁਨੀਆ ਤੇ ਪ੍ਰਗਟ ਹੈ ਤੁਹਾਡੇ ਰੋਗ ਸੋਗ ਹਰਨ ਦੇ ਲਈ। ਭਾਈ ਨੰਦ ਲਾਲ ਜੀ ਨੇ ਫਾਰਸੀ ਵਿੱਚ ਗੁਰੂ ਅਰਜਨ ਸਾਹਿਬ ਦੀ ਉਸਤਤ ਕਰਦੇ ਹੋਏ ਕਿਹਾ ਹੈ, ਸਲਤਨਤ ਪੰਜਮਸ਼ ਹੁਲੀਆ ਆਰਾਏ ਸ਼ਵਾਰਿਕੇ ਹਰ ਚਹਾਰ ਮਸ਼ਲੇ ਹਕ ਅਨਵਾਰ। ਉਹ ਫਾਰਸੀ ਵਿੱਚ ਲਿਖਦੇ ਨੇ, ਐ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਅਕਾਲੀ ਸਲਤਨਤ, ਅਕਾਲੀ ਤਖਤ, ਗੁਰੂ ਨਾਨਕ ਦਾ ਜੋ ਤਖਤ ਹੈ ਉਹਦੇ ਤੁਸੀਂ ਪੰਜਵੇਂ ਵਾਰਸ ਹੋ। ਤੁਹਾਡੇ ਤੋਂ ਪਹਿਲਾਂ 4 ਮਸ਼ਾਲਾਂ ਜਗੀਆਂ ਸੱਚ ਦੀ ਰੌਸ਼ਨੀ ਕਰਨ ਲਈ, ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ। ਹੁਣ ਤੁਸੀਂ 5ਵੀਂ ਮਸ਼ਾਲ ਪ੍ਰਗਟ ਹੋਏ ਹੋ, ਗੁਰੂ ਨਾਨਕ ਦੇ ਤਖਤ ਦੀ ਤੁਸੀਂ ਸਜਾਵਟ ਹੋ। ਔਰ ਗੁਰੂ ਅਰਜਨ ਸਾਹਿਬ ਜਿਹੜੀ ਰੌਸ਼ਨੀ ਹੈ ਨਾ ਤੁਹਾਡੇ ਅੰਦਰ, ਇਹ ਰੱਬੀ ਨੂਰ ਹੈ। ਤੁਸੀਂ ਪਰਮਾਤਮਾ ਦਾ ਨੂਰ ਹੋ, ਪਰਮਾਤਮਾ ਵੱਲੋਂ ਬਣਾਈ ਹੋਈ ਬਣਤਰ ਹੋ। ਤੁਸੀਂ ਪਰਮ ਈਸ਼ਵਰ ਦੇ ਸਰਗੁਣ ਸਰੂਪ ਹੋ। ਸੱਚ ਨੂੰ ਦੁਨੀਆ ਤੇ ਪ੍ਰਚੰਡ ਕਰਨ ਆਏ ਹੋ। ਗੁਰੂ ਗ੍ਰੰਥ ਸਾਹਿਬ ਕਹਿੰਦੇ, ਗੁਰੂ ਨਾਨਕ ਸੱਚ ਨੀਵ ਸਾਜ, ਸਤਿਗੁਰ ਸੰਗ ਲੀਣਾ, ਗੁਰ ਅਰਜਨ ਘਰ ਗੁਰ ਰਾਮਦਾਸ ਅਪਰੰਪਰ ਬੀਣਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸੱਚ ਦੀ ਨੀਂਵ ਰੱਖੀ, ਸੱਚ ਨੂੰ ਬੁਲੰਦ ਕੀਤਾ, ਔਰ 5ਵਾਂ ਜਾਮਾ ਗੁਰੂ ਅਰਜਨ ਸਾਹਿਬ ਬਣ ਗਏ, ਜੋ ਗੁਰੂ ਰਾਮਦਾਸ ਪਾਤਸ਼ਾਹ ਦੇ ਗ੍ਰਹਿ ਵਿਖੇ ਪ੍ਰਗਟ ਹੋਏ ਸਨ। ਕੈਸੇ ਅਵਤਾਰ ਨੇ? ਕਹਿੰਦੇ ਅਪਰੰਪਰ ਨੇ। ਜਿੰਨੇ ਵੀ ਅਵਤਾਰ ਪਰਮਾਤਮਾ ਦੇ ਭੇਜੇ ਆਏ, ਸਭ ਤੋਂ ਪਰਾਂ, ਸਭ ਤੋਂ ਵੱਡੇ, ਸਭ ਤੋਂ ਮਹਾਨ ਜਿਸ ਅਕਾਲ ਪੁਰਖ ਨੇ ਅਵਤਾਰ ਦੁਨੀਆ ਤੇ ਭੇਜੇ, ਉਹ ਆਪ ਗੁਰੂ ਅਰਜਨ ਸਾਹਿਬ ਬਣ ਕੇ ਦੁਨੀਆ ਤੇ ਆਏ ਨੇ। ਤੋ ਸਮਝ ਲਿਓ, ਮਸ਼ਾਲਾਂ ਦੇ ਆਕਾਰ ਦਾ ਫਰਕ ਹੋ ਸਕਦਾ, ਜਿਵੇਂ ਦੀਵੇ ਦੇ ਆਕਾਰ ਵੱਖੋ ਵੱਖ ਹੋਣ, ਜੋਤ ਇੱਕੋ ਹੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਦੇ ਸਰੀਰ ਦਾ ਆਕਾਰ ਹੋਰ ਹੋ ਸਕਦਾ, ਗੁਰੂ ਅਰਜਨ ਸਾਹਿਬ ਦਾ ਹੋਰ ਹੋ ਸਕਦਾ, ਪਰ ਜੋਤ ਇੱਕੋ ਹੀ ਹੈ, ਰੌਸ਼ਨੀ ਸੱਚ ਦੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜੋਤ ਵਿਗਾਸ ਵਿੱਚ ਫਾਰਸੀ ਦੇ ਬੋਲ ਲਿਖੇ ਨੇ, ਗੁਰੂ ਨਾਨਕ ਆਮਦ ਨਾਰਾਇਣ ਸਰੂਪ ਹਮਾਨਾ ਨਿਰੰਜਨ ਨਿਰੰਕਾਰ ਰੂਪ। ਕਹਿੰਦੇ ਮੈਂ ਅਕਾਲ ਪੁਰਖ ਗੁਰੂ ਨਾਨਕ
बन के आया। मैं परमेश्वर हाँ जो गुरु नानक बन के आया। मैं निरंजन हाँ, मैल तो रहत स्वरूप हाँ। मैं हर जरे विच प्रगट हाँ। मैं रूप बदलता गया, शरीर बदलता गया। हमू रामदासो हमू अर्जन अस्त, हमू हर गोबिंद आ करमो अहसन अस्त। मैं ही गुरु रामदास बनया, मैं ही गुरु अर्जन गुरु हर गोबिंद साहिब बनया। हमू गुरु गोबिंद सिंह हमू नानक अस्त, हमा शब्देउ जहरू मानक अस्त। मैं गुरु गोबिंद सिंह बनया, मैं शब्दावतार गुरु ग्रंथ साहिब बन गया। तुहाडे सारिਆਂ ਚ भी कहंदे मेरी जोत है। हाँ, लोकाई विच कला नहीं है, जिथे वो आप सरगुण है, शब्दावतार है, उथे कला दे सहित है, करामात दे तहत है। गुरु ग्रंथ साहिब कहंदे जोत ओहा जुगत साए सहकाया, फेर पलटिया चुलै सो छत निरंजनी। मल तख्त बैठा गुर हटिया। कहंदे मैं सारिਆਂ अंदर जोत बन के प्रगट हाँ। दसां पातशाहियां विच भी अकाली जोत है, शब्दावतार। ये शब्द भी अकाल पुरख दे बोल ने। रोज ते पढ़ते हो बाणी गुरु गुरु है बाणी विच, बाणी अमृत सारे। बाणी गुरु का ही रूप है, गुरु वाहिगुरु का रूप है। वाहिगुरु दे बोल बाणी ने, गुरां राही दुनिया ते प्रगट ने। तो ऐसी हस्ती गुरु अर्जन साहिब दी है, वो परमेश्वर दे स्वरूप ने। मनुखता दे भले हित बेअंत कारज उन्हां ने कीते। दुनिया का महानतम धार्मिक स्थान डिठै सभै थाव नहीं तुद जिहा, बद्धो पुरख विधाते तातू सोहिया। श्री हरमंदर साहिब उन्हां साजिया अमृतसर की धरती ते। विधाता गुरु अर्जन बन के आए, हथी हरमंदर बना लिया। उत्थे दरबार साहिब तरन ताਰਨ साजिया। और फिर वेखो लोकाई दे भले हित अकाली बाणी नूं बीड़ दे विच कलमबद्ध करवाया। श्री आदि गुरु ग्रंथ साहिब की रचना करवाई, जिन्हों पढ़ के सुन के जहन विच वसा के रोग सोग मिटते ने। 84 लाख जूना दे बंधन कटे जाते ने। हर नाम दिया गुर परोपकारी, धन धन गुरु का पिता माता। हओ सतगुर अपने को सदा नमस्कारी, जित मिलिया हर नाम मैं जाता। मैं वारे जावां गुरु अर्जन साहिब तो, जिन्हां ने मैनू नाम बख्शिया, सानू बाणी बख्शी। ये बाणी नाल की मिलता है? हर नामै जेवड़ कोई अवर ना सूझै, हर नामों अंत छड़ाता। कहंदे परमात्मा दा नाम ही दुखां तो छडाउंदा है। ये बाणी ही रोगां तो सोगां तो छुटकारा दवाउंदी है, और जमां दी फाही तो 84 लाख जूना तो निजात दवाउंदी है। जेड़ा बाणी पढ़ेगा सुनेगा जहन विच टिकावेगा, ओदा भला ही भला है। हुण बाणी इकट्ठी करनी है, एक बीड़ दे विच दर्ज करनी है। गुरु नानक साहिब, गुरु अंगद साहिब, गुरु अमरदास, गुरु रामदास जी दे बोल पोथियां दे रूप विच बाबा मोहन जी कोल गोविंदवाल साहिब पए ने, जो गुरु अमरदास जी दे फरजंद ने, साहिबजादे ने। क्यों एक बीड़ विच बाणी इकट्ठी करनी है? क्योंकि गुरु घर नाल शरीकेबाजी करन वाले बाबा पृथ्वी चंद जी, बाबा मेहरबान ने सारा परिवार कच्चे बोल गलुए चों कढ़ के नानक लफ्ज वरत के प्रचारन लग पे सन भी एक गुरु नानक दी बाणी है। हुण पारखू बंदा ते समझ लैंदा है कच ते हीरे विचला फर्क की है, पर कमले बंदे नूं समझ नहीं लगती। किते कच तराश के रख दिओ हीरे वाली शेप विच ते इह कच नूं ही हीरा समझ लवेगा। तो कच्चे बोलां नूं ही लोग कई बाणी समझण लग पए। तो ऐसी कच्ची मिलावट तो बचाउणा है मनुखता नूं,
तो गुरुदेव ने बाबा बुढ़ा जी नूं हुक्म कीता भी जाओ गोइंदवाल साहब बाबा मोहन जी कोलों गुरां दी बाणी लै आओ। भाई गुरदास जी, बाबा बुढ़ा जी, गुरमुख प्यारे सारे ही गए अमृतसर तो गोइंदवाल साहब, पर बाबा मोहन जी ने पोथियां ना दित्तियां। गुरु अर्जन साहब सच्चे पातशाह श्री अमृतसर तो चल पे गोइंदवाल साहब पहुंचे ने। बाबा मोहन जी का चुबारा है गोइंदवाल, उहदे सावें चले गए, एक शब्द उचारते ने। इस शब्द राही वडियाई अकाल पुरख की कीती है ते समझाया बाबा मोहन जी नूं समुची मनुखता नूं है। किसे ना किसे दे परथाए ते बाणी प्रगट करी दी है ना। मान लो कोई भुलिया भटकिया है, भूले कौ गुरमार्ग पाया, गुरदेव सीधे रस्ते पाउण लई उहदे लई बाणी उचारदे ने। परथाए कुछ लोकां दे होवेगी जां एक अद्धे दे होवेगी ते भला सारी मनुखता दा हो जांदा बाद विच। तो हर शब्द दे पिछे कोई ना कोई उथानका हुंदी है। ये जिहड़ा शब्द तुहाडे नाल साझा करन लगा मैं, इहदे पिछे उथानका है भी ये गोइंदवाल साहब उचारिया है। बाबा मोहन जी दे चुबारे अगे गुरदेव खलोते हुए अकाल पुरख की वडियाई विच कहिंदे ने, मोहन तेरे ऊंचे मंदिर महल अपारा, मोहन तेरे सोहन द्वार जियो संत धर्मशाला, धर्मसाल अपार दयार ठाकुर सदा कीर्तन गावह, जह साध संत इकत्र होवह, तहा तुझ है त्यावह, कर दया मया दयाल स्वामी हो दीन कृपारा, बिनवंत नानक दर्श प्यासे मिल दर्शन सुख सारा। शब्द गाया। हुण इहदा भाव समझियो। गुरदेव कहंदे ऐ अकाल पुरख तेरा एक कर्म नाम मोहन भी है, भाव तू सारियां दे मन नूं मोहण वाली हस्ती है, सारे तेरे नाल प्यार करते ने। ते तेरा जिहड़ा दरबार है, चाहे सत संगत है चाहे सचखंड है, उत्थे साधु तेरे गीत गाउंदे ने, तेरी वडियाई गाई जाती है। जिड्डा तेरा नाम उच्चा ओडा तेरा सचखंड उच्चा, तेरी वडियाई उच्ची। तो ऐ अकाल पुरख तू दयालू है, कृपालू है, जग्यासुआं ते दया करके दिदारे बख्शदा है। जिन्हां नूं दर्शन दे दवें सुख सारा, उन्हां दे जीवन च सुख ही सुख। बाबा मोहन जी दे कन्नी शब्द पे ते मन विच ये फुरना आ गया भी नाम ते मेरा भी मोहन है प्रभु वाला, पर प्रभु परमेश्वर दे दर ते साधुआं दा अदब है, सत्कार है। ते मेरे पास आए बाबा बुढ़ा जी, भाई गुरदास जी, उन्हां महापुरुषां दा मैं सत्कार नहीं कीता। पश्चाताप होया, बाणी ने असर किया, चोट लगी जहन ते चुबारे दा दरवाजा खोलिया। गुरु अर्जन साहब सच्चे पातशाह खलोते ने, पौड़ियां महाराज चढ़ गए ते पुछदे ने बाबा मोहन जी भी महाराज गुरु अर्जन साहब किस लिए आए हो? ते गुरदेव ने आख्या बाबा मोहन जी तुहाडे कोल वड्डियां गुरां दी बाणी है पोथियां दे रूप विच, सानू बाणी चाहिदी है, पोथियां चाहिदियां ने। इस पक्की बाणी नू एक बीड़ दे विच बन लईए, मनुखता दा भला होवे पढ़ सुन करके। मिलावट दी जिहड़ी बात है बड़ी चल रही है। इत्थे कई कवि, इत्थे मेहरबान वर्गे गुरु नानक दा लकब वरत के कच्चे बोलां नूं बाणी दा
ਸਿਰੋਂ ਪਾਉ ਪਹਿਨਾ ਰਹੇ ਨੇ। ਬਾਬਾ ਮੋਹਨ ਜੀ ਨੂੰ ਸੁਣਦਿਆਂ ਹੀ ਗੁੱਸਾ ਆਇਆ। ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਬੋਲ ਨੇ, ਕਵੀ ਰਾਜ ਸੰਤੋਖ ਸਿੰਘ ਲਿਖਦੇ ਨੇ, ਬਾਬਾ ਮੋਹਨ ਜੀ ਗਿਲਾ ਕਰਦੇ ਹੋਏ ਬੋਲੇ ਨੇ, ਪ੍ਰਥਮ ਹਮਾਰੀ ਵਸਤ ਲਈ ਪਿਤ ਪਾਸ ਤੇ, ਕੁੱਲ ਭਲੇਨ ਕੀ ਹੁਤੀ ਗੁਰੂ ਤਾ ਜਾਸ ਤੇ। ਭਾਵ ਇਹ ਹੈ, ਆਖਣ ਲੱਗੇ ਐ ਗੁਰੂ ਅਰਜਨ ਸਾਹਿਬ ਇਹ ਭੱਲਿਆਂ ਦੀ ਗੁਰਤਾ ਗੱਦੀ ਸੀ। ਭੱਲੇ ਸਨ ਗੁਰੂ ਅਮਰਦਾਸ, ਔਰ ਤੁਸੀਂ ਸੋਢੀਆਂ ਨੇ ਖੋਹ ਲਈ। ਗੱਦੀ ਲੈ ਕੇ ਤੁਹਾਨੂੰ ਰੱਜ ਨਹੀਂ ਆਇਆ। ਲਾਜ ਨਾ ਧਾਰੋ ਆਤਾ ਅਬੇ ਚਲ ਆਇਓ, ਸਭ ਗੁਰੂਆਂ ਕੇ ਸ਼ਬਦ ਲੈਨ ਹਿਤ ਧਾਇਓ। ਸ਼ਰਮ ਨਹੀਂ ਆਉਂਦੀ? ਤੁਸੀਂ ਹੁਣ ਵੱਡਿਆਂ ਗੁਰਾਂ ਦੀ ਬਾਣੀ ਵੀ ਸਾਥੋਂ ਲੈਣ ਆ ਗਏ ਹੋ। ਸਾਡੇ ਕੋਲ ਉਹਨਾਂ ਦੀ ਇਮਾਨਤ ਪਈ ਹੈ, ਗੱਦੀ ਅੱਗੇ ਤੁਸੀਂ ਹਥਿਆ ਲਈ ਹੈ। ਇਦਾਂ ਕਰੜੇ ਬੋਲ ਗੁਰੂ ਅਰਜਨ ਸਾਹਿਬ ਬਾਰੇ ਬੋਲੇ ਨੇ ਬਾਬਾ ਮੋਹਨ ਜੀ ਨੇ। ਪਰ ਗੁਰੂ ਅਰਜਨ ਸਾਹਿਬ ਕਾਮਲ ਫਕੀਰ ਨੇ, ਅਕਾਲੀ ਜੋਤ ਹੈ, ਬੜੇ ਠੰਡੇ ਨੇ। ਸੁਣਦੇ ਰਹੇ। ਫਿਰ ਇੱਕ ਇਹ ਵੀ ਜ਼ਿਹਨ ਦੇ ਵਿੱਚ ਖਿਆਲ ਹੈ ਵੀ ਗੁਰੂ ਅਮਰਦਾਸ ਜੀ ਦੇ ਫਰਜ਼ੰਦ ਨੇ ਬਾਬਾ ਮੋਹਨ ਜੀ। ਗੁਰੂ ਕੁਲ ਅਦਬ ਕਰਨਾ ਬਣਦਾ ਹੈ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰ ਜਣਿਆ ਮਾਏ। ਬਲੈਸਡ ਇਜ਼ ਦਾ ਫਾਦਰ, ਬਲੈਸਡ ਇਜ਼ ਦਾ ਮਦਰ, ਬਲੈਸਡ ਇਜ਼ ਦਾ ਲੀਨੇਜ। ਸਾਰੀ ਕੁਲ, ਸਾਰਾ ਪਰਿਵਾਰ ਧੰਨ ਗੁਰੂ ਪਰਮੇਸ਼ਰ ਦਾ। ਤੋ ਅਦਬ ਕੀਤਾ। ਹੁਣ ਬੋਲ ਬਾਬੇ ਮੋਹਨ ਜੀ ਦੇ ਬੜੇ ਤੱਤੇ ਨੇ। ਮੈਂ ਅੱਲਾ ਯਾਰ ਖਾਂ ਜੋਗੀ ਨੂੰ ਪੜ੍ਹ ਰਿਹਾ ਸੀ, ਕਦੇ ਗੰਜੇ ਸ਼ਹੀਦਾਂ ਸ਼ਹੀਦਾਨੇ ਵਫਾ ਪੜ੍ਹਿਓ, ਤੁਹਾਨੂੰ ਸਮਝ ਪਵੇਗੀ ਵੀ ਬਾਬਾ ਮੋਹਨ ਜੀ ਦੇ ਬੋਲ ਕਿੱਥੋਂ ਗੁਰੂ ਅਰਜਨ ਸਾਹਿਬ ਨੂੰ ਤੱਤਿਆਂ ਕਰ ਸਕਦੇ ਨੇ। ਇਹਨਾਂ ਨੂੰ ਤੇ ਤਤੀ ਤਵੀ ਵੀ ਤੱਤਿਆਂ ਨਹੀਂ ਕਰ ਸਕੀ। ਏਡੇ ਠੰਡੇ ਮਹਾਪੁਰਸ਼ ਨੇ। ਅੱਲਾ ਯਾਰ ਖਾਂ ਲਿਖਦਾ, ਅਕਬਰ ਵੀ ਪਿਆਦ मेरे दरबार में आया, बरकत ने मेरी फतह था असाम कराया। मैंने बुतो बुत खाना खुदाई भुलाया, भगवान का घर मैंने ही मस्जिद था बनाया। बालू की तपी रेत मेरे तन पे पड़ी थी, मैं वो हूँ उबलने पे भी उफ तक नहीं की थी। ये गुरु अर्जन साहब दी ऐसी हस्ती है, तत्ती तवी बैठे ने फिर भी गलुए चो सी नहीं निकलिया। ये तत्ते नहीं होए। जदों जहांगीर दे हुक्म विच चंदू दुष्ट ने, मुर्तज़ा खान ने लाहौर अंदर गुरु अर्जन साहब नूं तत्ती तवी बिठा के शहीद कीता सी। ये ते एडे मिठे फकीर ने तत्ती तवी ते बैठे कह रहे सन, तेरा किया मीठा लागै, हर नाम पदार्थ नानक ਮੰਗੈ, ਭਾਣੇ ਨੂੰ ਮਿੱਠਾ ਕਹਿ ਦਿੱਤਾ। ਵੈਸੇ ਬੋਲ ਚਾਹੇ ਕਰੜੇ ਨੇ ਬਾਬਾ ਮੋਹਨ ਜੀ ਦੇ, ਇਦਾਂ ਸਮਝ ਲਿਓ ਕਰੜੇ ਬੋਲਾਂ ਵਿੱਚ ਵੀ ਵਡਿਆਈ ਕਰ ਗਏ ਗੁਰੂ ਅਰਜਨ ਸਾਹਿਬ ਦੀ। ਭਾਵ ਇਹ ਸੀ ਵੀ ਮਹਾਰਾਜ ਤੁਸੀਂ ਜੋਗ ਪੁਰਸ਼ ਸੀ, ਤਾਂ ਹੀ ਭੱਲਿਆਂ ਕੋਲੋਂ ਗੱਦੀ ਸੋਢੀਆਂ ਕੋਲ ਆਈ, ਤੁਹਾਨੂੰ ਮਿਲ ਗਈ। ਸਾਡੇ ਚੋਨੀ ਯੋਗਤਾ ਨਹੀਂ ਸੀ, ਸਾਨੂੰ ਗੁਰਤਾ ਗੱਦੀ ਨਹੀਂ ਮਿਲੀ। गुरु अर्जन साहब हथ जोड़ के निमरता सहित खलोते ने, ते बाबा मोहन जी ने जेरा वेख्या ना गुरु अर्जन साहब दा, निमरता वेखी, सह सुभाई चरना विच झुक गए। कहंदे तुहाडी इसे निमरता ने तुहानू गुरता गद्दी दा वारस बनाया है। बाणी दा फरमान है ना, आपस कौ जो जाणै नीचा सोऊ गनिया, सब ते उच्चा गुरु अर्जन साहब दी हस्ती है। महाराज जो तुहाडा हुक्म है सिर मथे है। बाबा मोहन जी ने सजदा कर दिता। पोथियां भी हाजिर ने,
ਤੇ ਮੈਂ ਵੀ ਤੁਹਾਡੇ ਚਰਨਾਂ ਵਿੱਚ ਹਾਜ਼ਰ ਹਾਂ। ਗੁਰਦੇਵ ਨੇ ਬਾਬਾ ਮੋਹਨ ਜੀ ਨਾਲ ਉੱਥੇ ਕੁਝ ਬਚਨ ਬਲਾਸ ਕੀਤੇ ਸਨ। ਕਹਿੰਦੇ ਲੋਕ ਹਜ਼ਾਰਨ ਪਰ ਉਪਕਾਰੀ, ਪਠ ਹੈ ਸੁਨ ਹੈ ਉਤਰ ਹੈ ਭਵ ਪਾਰੀ, ਮਹਾਪੁਰਖ ਕੋ ਜਗ ਮਹਿ ਹੋਵਨ ਪਰ ਉਪਕਾਰ ਹੇਤ ਦੁਖ ਖੋਵਨ। ਬਾਬਾ ਮੋਹਨ ਜੀ ਤੁਸੀਂ ਪੋਥੀਆਂ ਦੇ ਦਿੱਤੀਆਂ, ਸ਼੍ਰੀ ਆਦਿ ਗ੍ਰੰਥ ਸਾਹਿਬ ਦੀ ਰਚਨਾ ਹੋਵੇਗੀ, ਜੋ ਬਾਣੀ ਨੂੰ ਪੜ੍ਹੇਗਾ ਸੁਣੇਗਾ ਭਵਸਾਗਰ ਤੋਂ ਪਾਰ ਲੰਘੇਗਾ। ਔਰ ਇਹ ਤੁਹਾਡਾ ਵੀ ਕਰਮ ਹੈ, ਤੁਹਾਡੇ ਵੱਲੋਂ ਵੀ ਪਰਉਪਕਾਰ ਕੀਤਾ ਗਿਆ ਹੈ, ਤੁਸੀਂ ਧੰਤਾ ਦੇ ਯੋਗ ਹੋ। ਗੁਰਬਾਣੀ ਪੜ੍ਹਿਆ ਸੁਣਿਆ ਕੀ ਮਿਲਦਾ ਹੈ? ਹਰ ਦਰ ਸੋਭਾ ਮਹਾ ਉੱਤਮ ਬਾਣੀ, ਅੰਤਰ ਹਰ ਨਾਮ ਬਾਸਨਾ ਸਮਾਣੀ, ਜੇ ਪੁਰਖ ਸੁਣਾਏ ਸੋ ਹੋਏ ਨਿਹਾਲ, ਨਾਨਕ ਸਤਿਗੁਰ ਮਿਲਿਆ ਪਾਇਆ ਨਾਮ ਧਨ ਮਾਲ। ਜਿਹੜਾ ਬਾਣੀ ਨੂੰ ਪੜ੍ਹੇਗਾ ਸੁਣੇਗਾ ਜੀਵਨ ਵਿੱਚ ਟਿਕਾਵੇਗਾ, ਨਿਹਾਲ ਹੋਵੇਗਾ। ਫਾਰਸੀ ਦਾ ਲਫ਼ਜ਼ ਹੈ ਮੁਰਾਦਬੰਦ ਓਰੀ, ਹਰ ਮੁਰਾਦ ਪੂਰੀ ਹੋ ਜਾਵੇਗੀ, ਉਹ ਭਾਂਡਾ ਭਰ ਜਾਵੇਗਾ, ਨਾਮ ਧਨ ਪ੍ਰਾਪਤ ਹੋਵੇਗਾ, ਦੁਨਿਆਵੀ ਪਦਾਰਥ ਵੀ ਪ੍ਰਾਪਤ ਹੋਣਗੇ। ਤੋਏ ਬਾਬਾ ਮੋਹਨ ਜੀ ਤੁਸੀਂ ਵੀ ਭਲੇ ਦੇ ਕਰਮ ਵਿੱਚ ਸਾਥ ਦਿੱਤਾ ਹੈ, ਤੁਸੀਂ ਧਨ ਹੋ। ਧੰਤਾ ਦੇ ਯੋਗ ਕਿਹੜਾ ਮਹਾਤਮਾ ਹੈ? ਗੁਰੂ ਗ੍ਰੰਥ ਸਾਹਿਬ ਕਹਿੰਦੇ ਕਰ ਕਿਰਪਾ ਜਿਸ ਹੋਏ ਸੋ ਪ੍ਰਸੰਨ, ਨਾਨਕ ਦਾਸ ਸੇਈ ਜਨ, ਧਨ ਜਿਹਦੇ ਤੇ ਗੁਰੂ ਖੁਸ਼ ਹੋ ਗਿਆ ਉਹ ਧੰਤਾ ਦੇ ਯੋਗ ਹੈ। ਪੋਥੀਆਂ ਲੈ ਲਈਆਂ। ਗੁਰਦੇਵ ਪੌੜੀਆਂ ਉਤਰੇ ਤੇ ਗੁਰੂ ਅਮਰਦਾਸ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਮੋਹਰੀ ਜੀ ਆ ਗਏ। ਉਹਨਾਂ 3 ਦਿਨ ਗੋਇੰਦਵਾਲ ਸਾਹਿਬ ਘਰੇ ਆਸਣ ਲਵਾਇਆ ਔਰ ਇੰਨੇ ਸਮੇਂ ਵਿੱਚ ਇੱਕ ਸੋਹਣੀ ਪਾਲਕੀ ਸਾਹਿਬ ਤਿਆਰ ਕੀਤੀ, ਜਿਹਦੇ ਵਿੱਚ ਪੋਥੀਆਂ ਬਾਣੀ ਦੀਆਂ ਰੱਖੀਆਂ। ਪਿੱਛੇ ਪਿੱਛੇ ਗੁਰੂ ਅਰਜਨ ਸਾਹਿਬ ਪਾਲਕੀ ਸਾਹਿਬ ਦੇ ਚੱਲ ਪਏ ਨੰਗੇ ਚਰਨੀ। ਅੰਮ੍ਰਿਤਸਰ ਨੂੰ ਜਾਂਦੇ ਨੇ, ਰਸਤੇ ਵਿੱਚ ਖਡੂਰ ਸਾਹਿਬ ਆਇਆ। ਬਾਬਾ ਦਾਤੂ ਜੀ ਬਾਬਾ ਦਾਸੂ ਜੀ ਗੁਰੂ ਅੰਗਦ ਸਾਹਿਬ ਦੇ ਫਰਜ਼ੰਦ ਸਾਹਿਬਜ਼ਾਦੇ ਗੁਰਾਂ ਦੇ ਸਵਾਗਤ ਵਿੱਚ ਖਲੋਤੇ ਨੇ, ਗੁਰਾਂ ਨੂੰ ਮਿਲੇ ਨੇ। ਇੱਥੋਂ ਗੁਰਦੇਵ ਚੱਲ ਕੇ ਅੰਮ੍ਰਿਤਸਰ ਪਹੁੰਚੇ। ਸ਼ਹਿਰ ਤੋਂ 2 ਕੋਹ ਬਾਹਰ ਰੁਕੇ ਨੇ। ਕਵੀ ਰਾਜ ਸੰਤੋਖ ਸਿੰਘ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਦੇ ਨੇ, ਪੁਸਤਕ ਸਭ ਖਾਸੇ ਪਰ ਲਿਆਵਤ, ਆਪ ਗੁਰੂ ਪਨਹੀ ਬਿਨ ਆਵਤ। ਕਹਿੰਦੇ ਗੁਰਦੇਵ ਖਾਸੇ ਤੇ ਪਾਲਕੀ ਤੇ ਪੋਥੀਆਂ ਲੈ ਕੇ ਆ ਰਹੇ ਨੇ ਤੇ ਬਾਣੀ ਦਾ ਅਦਬ ਵੇਖੋ, ਅਕਾਲ ਪੁਰਖ ਦੇ ਬੋਲਾਂ ਦਾ ਸਤਿਕਾਰ ਵੇਖੋ। ਆਪ ਪਾਤਸ਼ਾਹ ਨੰਗੇ ਪੈਰੀ ਨੇ, ਹਜੇ ਕਿ ਗੁਰਤਾ ਗੱਦੀ ਨਹੀਂ ਮਿਲੀ ਬਾਣੀ ਨੂੰ, ਉਹ ਕਲਗੀਧਰ ਪਾਤਸ਼ਾਹ ਨੇ ਬਖਸ਼ਿਸ਼ ਕਰਨੀ ਹੈ, ਉਹਨਾਂ ਨੇ ਹੁਕਮ ਕਰਨਾ ਹੈ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ। ਕਿਉਂ ਅਦਬ ਕੀਤਾ ਬਾਣੀ ਦਾ ਗੁਰੂ ਅਰਜਨ ਸਾਹਿਬ ਨੇ? ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵੱਡੇ ਅਵਰ ਨਾ ਕੋਏ। ਬਾਣੀ ਵਾਹਿਗੁਰੂ ਦੇ ਬੋਲ ਨੇ ਤੇ ਜਿਹੜੇ ਬੋਲ ਵਾਹਿਗੁਰੂ ਦੇ ਨੇ ਉਹ ਵਾਹਿਗੁਰੂ ਦਾ ਹੀ ਰੂਪ ਹੋਏ। ਪੋਥੀ ਪਰਮੇਸ਼ਰ ਕਾ ਥਾਨ, ਤੇ ਬੋਲਾਂ ਦਾ ਸਤਿਕਾਰ ਉਨਾ ਹੀ ਕਰਨਾ ਜਿੰਨਾ ਵਾਹਿਗੁਰੂ ਦਾ ਕਰਦੇ ਆ। ਤੇ ਜਿਹੜਾ ਵਾਹੋ ਵਾਹੋ ਬਾਣੀ ਨਿਰੰਕਾਰ ਸਮਝਦਾ ਹੈ, ਨਾਨਕ ਵਾਹੋ ਵਾਹੋ ਗੁਰਮੁਖ ਪਾਈਐ, ਅਨ ਦਿਨ ਨਾਮ ਲਏ। ਮਹਾਰਾਜ ਕਹਿੰਦੇ ਉਹ ਗੁਰਮੁਖ ਜਨ ਪ੍ਰਭੂ ਨੂੰ ਪਾ ਲੈਂਦਾ ਏ। ਦਿਨ ਰਾਤ ਨਾਮ ਗਾਉਂਦਾ ਗਾਉਂਦਾ ਪਰਮਾਰਥ ਦੇ ਰਸਤੇ ਤੇ ਚੱਲਦਾ ਚੱਲਦਾ ਨਜ਼ਾਤ ਹਾਸਲ ਕਰ ਲੈਂਦਾ ਹੈ। ਜਿਹੜਾ ਇਸ ਬਾਣੀ ਦਾ ਅਦਬ ਕਰੇਗਾ ਗਾਵੇਗਾ, ਤਨ ਦਾ ਰੋਗ ਮਨ ਦਾ ਸੋਗ ਮਿਟੇਗਾ, 84 ਲੱਖ ਜੂਨਾਂ ਦੇ ਬੰਧਨ ਕੱਟੇ ਜਾਣਗੇ। ਦਾਸ ਇੱਥੇ ਬਾਣੀ ਨੂੰ ਸੰਕੋਚਦਾ ਹੈ। ਕੱਲ ਦੇ ਦੀਵਾਨ ਵਿੱਚ ਆਪ ਸੰਗਤ ਦੇ ਦਿਦਾਰੇ ਕਰਾਂਗੇ। ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ। ਗੱਜ ਵੱਜ ਕੇ ਫਤਿਹ ਅਰਜ਼ ਕਰਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।